ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਨੂੰ TWR ਪਰਿਵਾਰ ਦੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਤੁਹਾਨੂੰ ਸਭਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪੌਲੁਸ ਦੇ ਜੀਵਨ ਦੇ ਵਿੱਚ ਨਿਰਾਸ਼ਾ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਨਿਰਾਸ਼ਾ ਦੇ ਕਾਰਨਾਂ ਨੂੰ ਜਾਣਿਆ। ਅਸੀਂ ਇਹ ਲੱਛਣਾਂ ਨੂੰ ਵੇਖਿਆ ਕਿ ਜਦੋਂ ਨਿਰਾਸ਼ਾ ਹੁੰਦੀ ਹੈ ਤਾਂ ਕੋਈ ਮਨੁੱਖ ਕਿਹੋ ਜਿਹਾ ਮਹਿਸੂਸ ਕਰਦਾ ਹੈ, ਅਤੇ ਫਿਰ ਅਸੀਂ ਇਸ ਦੇ ਹੱਲ ਨੂੰ ਵੇਖਿਆ ਕਿ ਕੋਈ ਵਿਅਕਤੀ ਨਿਰਾਸ਼ਾ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਆ ਸਕਦਾ ਹੈ। ਅਸੀਂ ਇਹ ਸਭ ਸੰਤ ਪੌਲੁਸ ਦੇ ਅਨੁਭਵਾਂ ਤੋਂ ਸਿੱਖਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭਨਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਗ ਦੇ ਇਕੱਲੇਪਨ ਦੇ ਬਾਰੇ ਚਰਚਾ ਕਰਾਂਗੇ। ਇਸ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਰੋਗ ਦੇ ਲੱਛਣ। ਇਸ ਦੇ ਵਿੱਚ ਅਸੀਂ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ ਬੇਆਰਾਮੀ, ਨਿਰਾਸ਼ਾ, ਉਦਾਸੀ, ਨਿਰਭਰਤਾ, ਆਸ਼ਾ ਤਿਆਗਣਾ, ਭੈ। ਨੰਬਰ 2, ਰੋਗ ਦੀ ਪੁਕਾਰ। ਇਸ ਦੇ ਵਿੱਚ ਅਸੀਂ ਵੇਖਾਂਗੇ ਪਰਮੇਸ਼ਵਰ ਸੁਣਦਾ ਹੈ, ਪਰਮੇਸ਼ਵਰ ਸਹਾਇਤਾ ਕਰਦਾ ਹੈ, ਪਰਮੇਸ਼ਵਰ ਚੰਗਾ ਕਰਦਾ ਹੈ। ਨੰਬਰ 3, ਰੋਗ ਦੀ ਪਸੰਦ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ ਮੈਂ ਉਸ ਦੇ ਪ੍ਰਤੀ ਆਪਣੇ ਵਾਅਦੇ ਨੂੰ ਯਾਦ ਰੱਖਾਂਗਾ, ਮੈਂ ਉਸ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਕਰਾਂਗਾ, ਮੈਂ ਉਸ ਨੂੰ ਆਪਣਾ ਧੰਨਵਾਦ ਦੇਵਾਂਗਾ, ਮੈਂ ਉਸ ਦੇ ਮਹਾਨ ਉद्धार ਨੂੰ ਪ੍ਰਾਪਤ ਕਰਾਂਗਾ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਰੋਗ ਦੇ ਲੱਛਣ ਭਾਗ ਊੜਾ, ਬੇਆਰਾਮੀ ਭਾਗ ਐੜਾ, ਨਿਰਾਸ਼ਾ ਭਾਗ ਈੜੀ, ਉਦਾਸੀ ਭਾਗ ਸੱਸਾ, ਨਿਰਭਰਤਾ ਭਾਗ ਹਾਹਾ, ਆਸ਼ਾ ਤਿਆਗਣਾ ਭਾਗ ਕੱਕਾ, ਭੈ। ਨੰਬਰ 2, ਰੋਗ ਦੀ ਪੁਕਾਰ ਭਾਗ ਊੜਾ, ਪਰਮੇਸ਼ਰ ਸੁਣਦਾ ਹੈ ਭਾਗ ਐੜਾ, ਪਰਮੇਸ਼ਰ ਸਹਾਇਤਾ ਕਰਦਾ ਹੈ ਭਾਗ ਈੜੀ, ਪਰਮੇਸ਼ਰ ਚੰਗਾ ਕਰਦਾ ਹੈ। ਨੰਬਰ 3, ਰੋਗ ਦੀ ਪਸੰਦ ਭਾਗ ਊੜਾ, ਮੈਂ ਉਸ ਦੇ ਪ੍ਰਤੀ ਆਪਣੇ ਵਾਅਦੇ ਨੂੰ ਯਾਦ ਰੱਖਾਂਗਾ ਭਾਗ ਐੜਾ, ਮੈਂ ਉਸ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪੇਸ਼ ਕਰਾਂਗਾ ਭਾਗ ਈੜੀ, ਮੈਂ ਉਸ ਨੂੰ ਆਪਣਾ ਧੰਨਵਾਦ ਦੇਵਾਂਗਾ ਭਾਗ ਸੱਸਾ, ਮੈਂ ਉਸ ਦੇ ਮਹਾਨ ਉद्धार ਨੂੰ ਪ੍ਰਾਪਤ ਕਰਾਂਗਾ। ਰੋਗ ਦਾ ਇਕੱਲਾਪਨ। ਤੁਹਾਡੇ ਵਿੱਚੋਂ ਕਈਆਂ ਨੇ ਇਸ ਦਾ ਅਹਿਸਾਸ ਕੀਤਾ ਹੋਵੇਗਾ ਅਤੇ ਤੁਹਾਡੇ ਵਿੱਚੋਂ ਦੂਜਿਆਂ ਨੇ ਇਸ ਨੂੰ ਵੇਖਿਆ ਹੋਵੇਗਾ, ਪਰ ਜਿਸ ਨੇ ਹਸਪਤਾਲ ਵਿੱਚ ਰਹਿ ਕੇ ਇਸ ਦੇ ਦੁੱਖ ਦਾ ਅਹਿਸਾਸ ਕੀਤਾ ਹੈ, ਉਸ ਤੋਂ ਵੱਧ ਕੋਈ ਹੋਰ ਅਹਿਸਾਸ ਨਹੀਂ ਕਰ ਸਕਦਾ। ਆਓ ਵੇਖੀਏ ਕਿ ਇੱਕ ਔਰਤ ਜੋ ਹਸਪਤਾਲ ਵਿੱਚ ਸੀ, ਉਹ ਇਸ ਨੂੰ ਕਿਸ ਤਰ੍ਹਾਂ ਬਿਆਨ ਕਰਦੀ ਹੈ। ਇਹ ਜਦ ਲਾਈਟ ਚਲੀ ਗਈ ਅਤੇ ਕਮਰੇ ਵਿੱਚ ਅਚਾਨਕ ਅੰਧੇਰਾ ਹੋ ਗਿਆ ਤਾਂ ਇੱਕ ਭਿਆਨਕ ਵਾਤਾਵਰਣ ਛਾ ਗਿਆ। ਹਸਪਤਾਲ ਦੀ ਚਹਿਲ ਪਹਿਲ ਇਸ ਤਰ੍ਹਾਂ ਖਤਮ ਹੋ ਗਈ ਜਿਸ ਤਰ੍ਹਾਂ ਬੇਕਾਬੂ ਬੁਖਾਰ ਦਰਵਾਜ਼ੇ ਤੋਂ ਬਾਹਰ ਹੋ ਗਿਆ, ਪਰ ਕਮਰੇ ਦੇ ਅੰਦਰ ਤੁਸੀਂ ਦੀਵਾਰਾਂ ਦਾ ਅਹਿਸਾਸ ਕਰਦੇ ਹੋਏ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਮਰਾ ਛੋਟਾ ਹੋ ਗਿਆ। ਇਸ ਵੇਲੇ ਤੱਕ ਮੈਂ ਇਕੱਲੇਪਨ ਦਾ ਅਹਿਸਾਸ ਨਹੀਂ ਕੀਤਾ ਸੀ। ਸ਼ਾਇਦ ਪਹਿਲਾਂ ਵੀ ਕਦੇ ਮੈਂ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਕੀਤਾ ਸੀ, ਪਰ ਹੁਣ ਮੈਂ ਜਾਣ ਲਿਆ ਕਿ ਇਹ ਕੀ ਹੈ। ਮੇਰੇ ਪਰਿਵਾਰ ਦੇ ਮੈਂਬਰ ਅਤੇ ਹੋਰ ਜਾਣਕਾਰ ਘਰ ਵਾਪਸ ਚਲੇ ਗਏ ਸੀ। ਮੈਂ ਇੱਥੇ ਇਕੱਲਾ ਉਹਨਾਂ ਤੋਂ ਦੂਰ ਸੀ। ਹਸਪਤਾਲ ਦੇ ਬਾਰੇ ਅਨੁਭਵ ਕਰਨ ਲੱਗ ਪਈ। ਇਸ ਘੜੀ ਤੋਂ ਥੋੜ੍ਹੀ ਦੇਰ ਪਹਿਲਾਂ ਮੈਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਹੱਸ ਖੇਡ ਰਹੀ ਸੀ ਅਤੇ ਅਚਾਨਕ ਮੈਂ ਆਪਣੀ ਸ਼ਾਂਤੀ ਵਿੱਚ ਦਰਦ ਦਾ ਅਹਿਸਾਸ ਕੀਤਾ। ਮੈਂ ਫਿਰ ਦੁਬਾਰਾ ਇੱਕ ਛੋਟੀ ਬੱਚੀ ਦੀ ਤਰ੍ਹਾਂ ਸੀ ਜਿਸ ਦੀ ਚਾਹਤ ਹੈ ਕਿ ਕੋਈ ਕਿਤੇ ਰੌਸ਼ਨੀ ਕਰ ਦੇਵੇ ਤਾਂ ਕਿ ਹਨੇਰਾ ਦੂਰ ਹੋ ਜਾਵੇ।
ਅਤੇ ਮੈਂ ਸੋ ਸਕਾਂ। ਨੀਂਦ ਨਹੀਂ ਆ ਰਹੀ ਸੀ। ਆਪਣੇ ਆਪ ਨੂੰ ਖਾਲੀ ਮਹਿਸੂਸ ਕਰ ਰਹੀ ਸੀ। ਡਰ ਅਤੇ ਹਨੇਰੇ ਨਾਲ ਮਨ ਘਬਰਾ ਰਿਹਾ ਸੀ। ਹਸਪਤਾਲ ਵਿੱਚ ਪੂਰੀ ਤਰ੍ਹਾਂ ਸੁੰਨਾਪਨ ਸੀ। ਜੇ ਤੁਸੀਂ ਉੱਥੇ ਹੁੰਦੇ ਤਾਂ ਅਸਲ ਵਿੱਚ ਤੁਸੀਂ ਜਾਣ ਜਾਂਦੇ ਕਿ ਉਹ ਕਿਸ ਬਾਰੇ ਗੱਲਬਾਤ ਕਰ ਰਹੀ ਸੀ। ਜਦ ਉਸ ਨੇ ਇਸ ਤਰ੍ਹਾਂ ਲਿਖਿਆ, ਮੈਂ ਚਾਹੁੰਦਾ ਹਾਂ ਕਿ ਮੈਂ ਜ਼ਬੂਰਾਂ ਦੀ ਪੋਥੀ 116 ਵਿੱਚ ਪੜ੍ਹ ਕੇ ਇਸ ਨੂੰ ਸਮਝਾ ਸਕਾਂ। ਇਸ ਦੀ ਵਿਆਖਿਆ ਨੂੰ ਸਮਝਣ ਦਾ ਜਦ ਯਤਨ ਕੀਤਾ ਜਾਂਦਾ ਹੈ ਤਾਂ ਇੱਕ ਗਲਤੀ ਇਹ ਹੁੰਦੀ ਹੈ ਕਿ ਅਕਸਰ ਅਸੀਂ ਇਹ ਯਾਦ ਕਰਨ ਦਾ ਯਤਨ ਕਰਦੇ ਹਾਂ ਕਿ ਕਿਸ ਵੇਲੇ ਦਾਊਦ ਆਪਣੇ ਜੀਵਨ ਵਿੱਚ ਉਸ ਵੇਲੇ ਕਿੱਥੇ ਸੀ ਜਦ ਉਸ ਨੇ ਇਸ ਨੂੰ ਲਿਖਿਆ। ਮੈਂ ਤੁਹਾਨੂੰ ਖੋਲ ਕੇ ਨਹੀਂ ਦੱਸ ਸਕਦਾ ਕਿ ਉਸ ਵੇਲੇ ਉਹ ਕਿੱਥੇ ਸੀ। ਜਦ ਉਹ ਦੁਖੀ ਸੀ, ਇਸ ਤਰ੍ਹਾਂ ਲੱਗਦਾ ਹੈ ਕਿ ਉਸ ਵਿੱਚ ਲਿਖੀਆਂ ਗੱਲਾਂ ਉਸ ਦੀ ਆਤਮਿਕ ਸੋਚ ਸੀ। ਜੇ ਇਸ ਤਰ੍ਹਾਂ ਸੀ ਤਾਂ ਉਹ ਸਰੀਰਕ ਦੁੱਖ ਦੇ ਬਾਰੇ ਸੋਚ ਰਿਹਾ ਹੋਵੇਗਾ। ਇਹ ਨਹੀਂ ਪਤਾ ਕਿ ਅਸਲ ਵਿੱਚ ਇਸ ਨੂੰ ਲਿਖਣ ਦਾ ਕੀ ਕਾਰਨ ਸੀ। ਨੰਬਰ 1, ਰੋਗ ਦਾ ਲੱਛਣ। ਪਹਿਲੀ ਚੀਜ਼ ਜਿਸ ਵੱਲ ਅਸੀਂ ਧਿਆਨ ਦਿੰਦੇ ਹਾਂ ਜਦ ਇਸ ਜ਼ਬੂਰ ਨੂੰ ਪੜ੍ਹਦੇ ਹਾਂ ਉਹ ਇਹ ਹੈ ਕਿ ਦਾਊਦ ਰੋਗ ਦੇ ਲੱਛਣ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਭਾਗ ਊੜਾ, ਬੇਆਰਾਮੀ। ਸਭ ਤੋਂ ਪਹਿਲਾਂ ਉਹ ਬੇਚੈਨੀ ਦੀ ਵਿਆਖਿਆ ਕਰਦਾ ਹੈ। ਤੀਸਰੀ ਐਤ ਵਿੱਚ ਉਹ ਸ਼ਬਦ ਦੁੱਖ ਕਰਕੇ ਇਸ ਨੂੰ ਬਿਆਨ ਕਰਦਾ ਹੈ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ। C.S. ਲੂਇਸ ਇਸ ਬਾਰੇ ਆਖਦਾ ਹੈ, ਇਸ ਸੰਸਾਰ ਵਿੱਚ ਪਰਮੇਸ਼ਰ ਬਹਿਰੇ ਕੰਨਾਂ ਵਿੱਚ ਇਸ ਤਰ੍ਹਾਂ ਹੀ ਆਪਣੀ ਆਵਾਜ਼ ਪਾਉਂਦਾ ਹੈ। ਅਤੇ ਦਾਊਦ ਦੱਸਦਾ ਹੈ, ਰੋਗ ਦਾ ਲੱਛਣ ਬੇਆਰਾਮੀ ਹੈ, ਇਹ ਦੁੱਖ ਹੈ। ਭਾਗ ਐੜਾ, ਨਿਰਾਸ਼ਾ। ਤੀਸਰੀ ਐਤ ਵਿੱਚ ਹੀ ਉਹ ਇਸ ਨੂੰ ਨਿਰਾਸ਼ਾ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਮੌਤ ਦੀਆਂ ਡੋਰੀਆਂ ਨੇ ਮੈਨੂੰ ਬੰਨ੍ਹ ਲਿਆ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ। ਮੈਨੂੰ ਦੁੱਖ ਤੇ ਸੋਗ ਮਿਲਿਆ, ਦੁੱਖ ਅਤੇ ਸੋਗ। ਭਾਗ ਈੜੀ, ਉਦਾਸੀ। ਐਤ 8 ਵਿੱਚ ਉਹ ਰੋਗ ਦੇ ਇੱਕ ਹੋਰ ਲੱਛਣ ਨੂੰ ਦੱਸਦਾ ਹੈ ਜੋ ਉਦਾਸੀ ਹੈ। ਐਤ 8 ਵਿੱਚ ਉਹ ਹੰਝੂਆਂ ਨਾਲ ਅਤੇ ਆਪਣੀ ਅੱਖਾਂ ਦੇ ਪਾਣੀ ਨੂੰ ਵਗਾ ਕੇ ਬੋਲ ਰਿਹਾ ਸੀ। ਮੇਰੀ ਦੋਸਤ ਜਿਸ ਨੇ ਹਸਪਤਾਲ ਵਿੱਚ ਰੋਗ ਦੇ ਬਾਰੇ ਲਿਖਿਆ, ਉਹ ਉਸ ਵੇਲੇ ਉਦਾਸੀ ਨਾਲ ਭਰੀ ਹੋਈ ਸੀ। ਉਹ ਦੱਸਦੀ ਹੈ, ਮੇਰੇ ਬਾਰੇ ਸਭ ਕੁਝ ਚਾਰਟ ਦੇ ਵਿੱਚ ਲਿਖਿਆ ਹੈ। ਮੇਰੇ ਪੂਰੇ ਸਰੀਰ ਦੇ ਅੰਦਰਲੇ ਅਤੇ ਬਾਹਰਲੇ ਸਾਰੇ ਲੱਛਣ ਮੇਰੇ ਨਾਮ ਦੇ ਚਾਰਟ ਵਿੱਚ ਹਨ। ਉਹ ਜਾਣਦੇ ਹਨ ਮੇਰਾ ਖੂਨ ਕਿਸ ਤਰ੍ਹਾਂ ਦਾ ਹੈ, ਉਹ ਕਿਹੜੀ ਦਵਾ ਕਿਸ ਵੇਲੇ ਮੈਨੂੰ ਦਿੱਤੀ ਗਈ ਅਤੇ ਉਸ ਨੇ ਕੀ ਅਸਰ ਕੀਤਾ। ਉਹ ਤਾਂ ਆਪਣੇ ਜੰਤਰਾਂ ਦੇ ਦੁਆਰਾ ਇਹ ਵੀ ਜਾਣਦੇ ਹਨ ਕਿ ਮੈਂ ਸਾਹ ਕਿਸ ਤਰ੍ਹਾਂ ਲੈਂਦੀ ਹਾਂ, ਮੇਰਾ ਦਿਲ ਕਿਸ ਗਤੀ ਨਾਲ ਧੜਕ ਰਿਹਾ ਹੈ। ਮੇਰਾ ਚਾਰਟ ਇੱਕ ਚਮੜੇ ਦੇ ਕੇਸ ਵਿੱਚ ਰੱਖਿਆ ਹੋਇਆ ਹੈ। ਉਹ ਮੇਰੇ ਬਾਰੇ ਸਭ ਕੁਝ ਜਾਣਦੇ ਹਨ, ਪਰ ਇੱਕ ਵੀ ਮੈਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਹ ਇਹ ਨਹੀਂ ਜਾਣਨਾ ਚਾਹੁੰਦੇ ਕਿ ਮੈਂ ਦੂਜੇ ਦਾ ਸਾਥ ਪਸੰਦ ਕਰਨ ਵਾਲੀ ਔਰਤ ਹਾਂ, ਹਸਮੁਖ ਹਾਂ, ਜਾਂ ਇਹ ਪੁੱਛਣਾ ਪਸੰਦ ਨਹੀਂ ਕਰਦੇ ਕਿਸ ਚੀਜ਼ ਨੇ ਮੈਨੂੰ ਤੜਫਾਇਆ ਹੈ ਅਤੇ ਕਿਸ ਚੀਜ਼ ਨੇ ਮੈਨੂੰ ਖੁਸ਼ ਕੀਤਾ ਹੈ। ਕੋਈ ਵੀ ਇਹ ਜਾਣਨਾ ਨਹੀਂ ਚਾਹੁੰਦਾ ਕਿ ਮੈਂ ਮੱਛੀ ਫੜਨਾ ਪਸੰਦ ਕਰਦੀ ਹਾਂ ਜਾਂ ਮੈਂ ਬੋਟਿੰਗ ਕਰਨਾ, ਬੇਸਬਾਲ ਖੇਡਣਾ ਜਾਂ ਕਿਸ ਤਰ੍ਹਾਂ ਦਾ ਖਾਣਾ ਪਸੰਦ ਕਰਦੀ ਹਾਂ। ਉਹ ਮੇਰੇ ਕੋਲ ਆਉਂਦੇ ਹਨ, ਮੈਨੂੰ ਚੈੱਕਅਪ ਕਰਦੇ ਹਨ ਅਤੇ ਕਮਰੇ ਦੇ ਕੋਨੇ ਵਿੱਚ ਜਾ ਕੇ ਕੁਝ ਆਪਸ ਵਿੱਚ ਹੌਲੀ-ਹੌਲੀ ਗੱਲਾਂ ਕਰਦੇ ਹਨ ਅਤੇ ਮੈਨੂੰ ਇਸ ਬਾਰੇ ਕੁਝ ਨਹੀਂ ਦੱਸਦੇ। ਸਭ ਕੁਝ ਰਹੱਸ ਵਿੱਚ ਹੈ, ਪਰ ਸਭ ਕੁਝ ਚਾਰਟ ਵਿੱਚ ਦਰਜ ਹੋ ਜਾਂਦਾ ਹੈ। ਦਿਨ ਪ੍ਰਤੀ ਦਿਨ ਮੇਰੀ ਭਾਵਨਾ ਵਿੱਚ ਡਰ ਮੈਨੂੰ ਘੇਰੀ ਜਾ ਰਿਹਾ ਹੈ। ਮੈਂ ਆਪਣੇ ਆਪ ਨੂੰ ਇੱਕ ਛੋਟੇ ਬੱਚੇ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ। ਇੱਕ ਰਾਤ ਤਾਂ ਮੈਂ ਰੋ ਪਈ ਅਤੇ ਦੁੱਖ ਦਾ ਅਹਿਸਾਸ ਕੀਤਾ ਕਿ ਮੈਂ ਉਸ ਜਗ੍ਹਾ ਤੇ ਆ ਗਈ ਹਾਂ ਜਿੱਥੇ ਕੋਈ ਮੇਰੀ ਸਹਾਇਤਾ ਕਰਨ ਵਾਲਾ ਨਹੀਂ ਹੈ ਅਤੇ ਇਸ ਨਿਰਾਸ਼ਾ ਵਿੱਚ ਮੈਂ ਆਪਣੇ ਆਪ ਉੱਤੇ ਕਾਬੂ ਪਾਉਣ ਦੇ ਯੋਗ ਨਹੀਂ ਹਾਂ। ਉਦਾਸੀ ਰੋਗ ਦਾ ਹੀ ਇੱਕ ਹਿੱਸਾ ਹੈ ਅਤੇ ਖਾਸ ਕਰਕੇ ਜਦ ਰੋਗ ਗੰਭੀਰ ਹੁੰਦਾ ਹੈ। ਭਾਗ ਸੱਸਾ, ਨਿਰਭਰਤਾ। ਦਾਊਦ ਅੱਗੇ ਦੱਸਦਾ ਹੈ ਕਿ ਇੱਕ ਨਿਰਭਰਤਾ ਹੁੰਦੀ ਹੈ
ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ। ਦਾਊਦ ਐਤ 8 ਵਿੱਚ ਦੱਸਦਾ ਹੈ ਕਿ ਉਸ ਦੇ ਪੈਰਾਂ ਨੂੰ ਡਿੱਗਣ ਤੋਂ ਬਚਾਇਆ ਗਿਆ। ਇਸ ਦਾ ਅਰਥ ਹੈ ਕਿ ਉਸ ਨੂੰ ਕਿਸੇ ਤੇ ਨਿਰਭਰ ਹੋਣ ਤੋਂ ਬਚਾ ਲਿਆ ਗਿਆ। ਮੈਂ ਨਹੀਂ ਸੋਚਦਾ ਕਿ ਰੋਗੀ ਹਸਪਤਾਲ ਦੇ ਇਲਾਵਾ ਕਿਸੇ ਹੋਰ ਜਗ੍ਹਾ ਤੇ ਇੰਨਾ ਜ਼ਿਆਦਾ ਕਿਸੇ ਤੇ ਨਿਰਭਰ ਕਰ ਸਕਦੇ ਹਨ। ਹਸਪਤਾਲ ਵਿੱਚ ਤੁਹਾਨੂੰ ਡਾਕਟਰਾਂ ਤੇ ਨਿਰਭਰ ਹੋਣਾ ਹੀ ਪੈਂਦਾ ਹੈ। ਜਦ ਤੁਸੀਂ ਹਸਪਤਾਲ ਜਾਂਦੇ ਹੋ, ਤੁਹਾਨੂੰ ਆਪਣਾ ਮਾਨ ਸਨਮਾਨ ਘਰ ਛੱਡ ਕੇ ਹੀ ਜਾਣਾ ਪੈਂਦਾ ਹੈ। ਤੁਸੀਂ ਪੂਰੀ ਤਰ੍ਹਾਂ ਦੂਜਿਆਂ ਤੇ ਨਿਰਭਰ ਹੋ ਜਾਂਦੇ ਹੋ। ਭਾਗ ਹਾਹਾ ਆਸਾਂ ਦਾ ਤਿਆਗਣਾ। ਦਾਊਦ ਅੱਗੇ ਦੱਸਦਾ ਹੈ, ਰੋਗਗ੍ਰਸਤ ਹੋਣ ਦਾ ਅਰਥ ਹੈ ਆਸਾਂ ਨੂੰ ਤਿਆਗ ਦੇਣਾ। ਐਤ 10 ਅਤੇ 11 ਦੱਸਦੀ ਹੈ, ਮੈਂ ਨੇਚਾ ਕੀਤੀ ਤਾਂ ਮੈਂ ਬੋਲਾਂਗਾ, ਮੈਂ ਬਹੁਤ ਅਧੀਨ ਹੋਇਆ। ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ ਕਿ ਹਰੇਕ ਆਦਮੀ ਝੂਠਾ ਹੈ, ਇੱਕ ਵੀ ਉਸ ਨੂੰ ਸੱਚ ਨਹੀਂ ਦੱਸ ਰਿਹਾ। ਉਹ ਦੁਖੀ ਹੋ ਕੇ ਕਹਿ ਰਿਹਾ ਹੈ, ਪਰਮੇਸ਼ਰ ਤੂੰ ਮੇਰੇ ਨਾਲ ਇਹ ਕਿਉਂ ਕੀਤਾ? ਮੈਂ ਇਸ ਤਰ੍ਹਾਂ ਦਾ ਕਿਉਂ ਹੋ ਗਿਆ? ਕੀ ਕੋਈ ਇਹ ਦੱਸ ਸਕਦਾ ਹੈ ਕਿ ਮੈਂ ਇਹ ਅਹਿਸਾਸ ਕਿਉਂ ਕਰ ਰਿਹਾ ਹਾਂ? ਜਿਸ ਨੇ ਵੀ ਹਸਪਤਾਲ ਵਿੱਚ ਰਹਿਣ ਦਾ ਅਹਿਸਾਸ ਕੀਤਾ ਹੋਵੇਗਾ, ਉਹ ਇਹਨਾਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਜਾਣਦਾ ਹੈ। ਉਪਦੇਸ਼ਕ ਅਕਸਰ ਰੇਡੀਓ ਉੱਤੇ ਜਾਂ ਟੀਵੀ ਵਿੱਚ ਜਾਂ ਕਿਸੇ ਮੈਗਜ਼ੀਨ ਵਿੱਚ ਇਹ ਆਖਦੇ ਨਜ਼ਰ ਆਉਂਦੇ ਹਨ ਕਿ ਉਹ ਇਸ ਲਈ ਬਿਮਾਰ ਹਨ ਕਿਉਂ ਜੋ ਉਹਨਾਂ ਨੇ ਕੋਈ ਪਾਪ ਕੀਤਾ ਹੈ। ਜੋ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਿਮਾਰੀ ਦੇ ਕਈ ਕਾਰਨ ਹੁੰਦੇ ਹਨ ਅਤੇ ਉਹਨਾਂ ਵਿੱਚ ਪਾਪ ਵੀ ਇੱਕ ਹੈ। ਪਰਮੇਸ਼ਰ ਅਕਸਰ ਉਹਨਾਂ ਲੋਕਾਂ ਦੇ ਜੀਵਨ ਵਿੱਚ ਬਿਮਾਰੀ ਨੂੰ ਆਉਣ ਦਿੰਦਾ ਹੈ ਜੋ ਉਸ ਦੇ ਆਪਣੇ ਹੁੰਦੇ ਹਨ ਅਤੇ ਉਹ ਧਰਤੀ ਉੱਤੇ ਉਸ ਦੇ ਵਿਸ਼ਵਾਸ ਵਿੱਚ ਹੁੰਦੇ ਹਨ। ਉਹ ਕਿੰਨੀ ਮਜ਼ੇਦਾਰ ਗੱਲ ਹੈ ਅਤੇ ਇਹ ਉਹਨਾਂ ਲੋਕਾਂ ਨੂੰ ਛੁਟਕਾਰਾ ਦੇ ਸਕਦੀ ਹੈ ਜੋ ਬਿਮਾਰ ਹਨ ਅਤੇ ਸੋਚਦੇ ਹਨ ਕਿ ਸਾਨੂੰ ਕਿਸ ਚੀਜ਼ ਦੀ ਸਜ਼ਾ ਮਿਲ ਰਹੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਦਾਊਦ ਵੀ ਇਸ ਹਾਲਤ ਵਿੱਚ ਚੀਕ ਰਿਹਾ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੋ ਬਿਮਾਰ ਹਨ, ਜੋ ਦੁਖੀ ਹਨ, ਅਸੀਂ ਜਿਸ ਪਰਮੇਸ਼ਰ ਦੀ ਸੇਵਾ ਕਰਦੇ ਹਾਂ, ਉਹ ਸਾਡੇ ਉਹਨਾਂ ਪਾਪਾਂ ਨੂੰ ਯਾਦ ਨਹੀਂ ਰੱਖਦਾ ਜਿਨ੍ਹਾਂ ਨੂੰ ਅਸੀਂ ਸਵੀਕਾਰ ਕਰ ਲੈਂਦੇ ਹਾਂ। ਤੁਸੀਂ ਇਸ ਲਈ ਪਰੇਸ਼ਾਨ ਹੋ ਕਿ ਤੁਸੀਂ ਆਪਣੇ ਆਪ ਨੂੰ ਮਾਫ ਨਹੀਂ ਕੀਤਾ, ਜਦ ਕਿ ਪਰਮੇਸ਼ਰ ਨੇ ਤੁਹਾਨੂੰ ਮਾਫ ਕਰ ਦਿੱਤਾ ਹੈ, ਜਿਸ ਦਾ ਸਪਸ਼ਟ ਅਰਥ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਤੋਂ ਉੱਚਾ ਸਮਝਦੇ ਹੋ। ਮੈਨੂੰ ਯਾਦ ਹੈ, ਇੱਕ ਵਾਰ ਇੱਕ ਜਵਾਨ ਲੜਕੀ ਨੇ ਮੈਨੂੰ ਆਖਿਆ ਕਿ ਪਾਪ ਦੇ ਕਰਨ ਤੋਂ ਬਾਅਦ ਉਸ ਨੇ ਪਰਮੇਸ਼ਰ ਨੂੰ ਆਖਿਆ ਕਿ ਉਹ ਉਸ ਨੂੰ ਮਾਫ ਕਰੇ। ਉਹ ਦੱਸਦੀ ਹੈ, ਮੈਂ ਜਾਣਦੀ ਹਾਂ ਪਰਮੇਸ਼ਰ ਨੇ ਮੈਨੂੰ ਮਾਫ ਕਰ ਦਿੱਤਾ ਹੈ, ਪਰ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ। ਅਤੇ ਮੈਂ ਕਿਹਾ, ਓਹ ਤੂੰ ਆਪਣੇ ਆਪ ਨੂੰ ਪ੍ਰਭੂ ਤੋਂ ਉੱਚਾ ਸਮਝਦੀ ਹੈ, ਉਹ ਤੈਨੂੰ ਮਾਫ ਕਰ ਸਕਦਾ ਹੈ, ਪਰ ਤੂੰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ। ਅਤੇ ਅਚਾਨਕ ਇਸ ਤਰ੍ਹਾਂ ਹੋਇਆ ਜਿਵੇਂ ਬਿਜਲੀ ਚਮਕੀ। ਉਸ ਨੇ ਅਹਿਸਾਸ ਕਰ ਲਿਆ, ਜੇ ਪਰਮੇਸ਼ਰ ਨੇ ਸਾਨੂੰ ਮਾਫ ਕਰ ਦਿੱਤਾ ਹੈ ਤਾਂ ਅਸੀਂ ਸਭ ਤੋਂ ਵੱਡੀ ਅਦਾਲਤ ਤੋਂ ਮਾਫ ਕਰ ਦਿੱਤੇ ਗਏ ਹਾਂ। ਉਸ ਤੋਂ ਵੱਡੀ ਧਰਤੀ ਉੱਪਰ ਕੋਈ ਹੋਰ ਅਦਾਲਤ ਨਹੀਂ ਹੈ ਜਿੱਥੇ ਅਪੀਲ ਕੀਤੀ ਜਾਏ। ਭਾਗ ਕੱਕਾ ਪੈ। ਅਸੀਂ ਜ਼ਬੂਰ ਦੇ ਅਗਲੇ ਹਿੱਸੇ ਵਿੱਚ ਜਾਣ ਤੋਂ ਪਹਿਲਾਂ ਇੱਕ ਆਖਰੀ ਲੱਛਣ ਨੂੰ ਵੇਖਦੇ ਹਾਂ ਅਤੇ ਮੈਂ ਨਹੀਂ ਜਾਣਦਾ ਕਿ ਇਸ ਨੂੰ ਭੈ ਤੋਂ ਇਲਾਵਾ ਕੁਝ ਹੋਰ ਆਖਿਆ ਜਾਵੇ। ਭੈ ਮੌਤ ਦਾ ਦੁੱਖ। ਐਤ 3 ਇਸ ਨੂੰ ਬਿਆਨ ਕਰਦੀ ਹੈ। ਮੌਤ ਦੀਆਂ ਡੋਰੀਆਂ ਨੇ ਮੈਨੂੰ ਬੰਨ੍ਹ ਲਿਆ। ਐਤ 8 ਤਾਂ ਮੇਰੀ ਜਾਨ ਨੂੰ ਮੌਤ ਤੋਂ ਛੁਡਾਇਆ। ਐਤ 15 ਦੱਸਦੀ ਹੈ, ਯਹੋਵਾ ਦੀ ਨਿਗਾਹ ਵਿੱਚ ਉਹਦੇ ਸੰਤਾਂ ਦੀ ਮੌਤ ਬਹਿਮੂਲੀ ਹੈ। ਜਦ ਕੋਈ ਆਸ਼ਾ ਬਾਕੀ ਨਾ ਬਚੇ ਅਤੇ ਮੌਤ ਦਾ ਡਰ ਸਾਹਮਣੇ ਹੋਵੇ ਤਾਂ ਪਰਮੇਸ਼ਰ ਨੂੰ ਪੁਕਾਰੋ, ਉਹ ਪਰਮੇਸ਼ਰ ਮੇਰੀ ਸਹਾਇਤਾ ਕਰ। ਨੰਬਰ 2, ਰੋਗ ਦੀ ਪੁਕਾਰ। ਅਸੀਂ ਵੇਖਿਆ ਹੈ ਕਿ ਦਾਊਦ ਨੇ ਰੋਗ ਦੇ ਲੱਛਣਾਂ ਨੂੰ ਅੱਛੀ ਤਰ੍ਹਾਂ ਸਮਝ ਲਿਆ ਸੀ, ਪਰ ਮੈਂ ਚਾਹੁੰਦਾ ਹਾਂ ਤੁਸੀਂ ਧਿਆਨ ਦੇਵੋ ਕਿ ਉਸ ਨੇ ਸਿਰਫ ਉਸ ਦੀ ਵਿਆਖਿਆ ਹੀ ਨਹੀਂ ਕੀਤੀ, ਉਹ ਸਾਨੂੰ ਦੱਸਦਾ ਹੈ ਕਿ ਇਸ ਦੇ ਦੌਰਾਨ ਉਸ ਨੇ ਕੀ ਕੀਤਾ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਰੋਗ ਦੀ ਪੁਕਾਰ ਵੱਲ ਵੇਖੋ। ਮੈਂ ਚਾਹੁੰਦਾ ਹਾਂ ਤੁਸੀਂ 3 ਚੀਜ਼ਾਂ ਵੱਲ ਧਿਆਨ ਦੇਵੋ।
ਭਾਗ ਊੜਾ ਪਰਮੇਸ਼ਰ ਨੇ ਸੁਣਿਆ। ਪਹਿਲੀ ਗੱਲ ਐਤ 1 ਅਤੇ 2 ਵਿੱਚ ਹੈ। ਐਤ 1, ਮੈਂ ਪਰਮੇਸ਼ਰ ਨਾਲ ਪ੍ਰੇਮ ਰੱਖਦਾ ਹਾਂ, ਇਸ ਲਈ ਕਿ ਉਹ ਮੇਰੀ ਆਵਾਜ਼ ਅਤੇ ਅਰਜ਼ੋਈਆਂ ਨੂੰ ਸੁਣਦਾ ਹੈ। ਐਤ 2, ਉਹਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹਨੂੰ ਪੁਕਾਰਾਂਗਾ। ਅਸੀਂ ਦੋਵੇਂ ਐਤਾਂ ਨੂੰ ਮਿਲਾ ਕੇ ਇਸ ਤਰ੍ਹਾਂ ਬਿਆਨ ਕਰ ਸਕਦੇ ਹਾਂ, ਮੈਂ ਪੁਕਾਰਿਆ ਅਤੇ ਉਸ ਨੇ ਮੇਰੀ ਆਵਾਜ਼ ਨੂੰ ਸੁਣਿਆ। ਉਸ ਨੇ ਮੈਨੂੰ ਸੁਣਿਆ ਕਿਉਂ ਜੋ ਉਸ ਨੇ ਮੇਰੇ ਵੱਲ ਆਪਣਾ ਕੰਨ ਲਗਾਇਆ। ਉਹ ਸਾਡੀ ਸੁਣਦਾ ਹੈ ਜਦ ਅਸੀਂ ਉਸ ਨੂੰ ਪੁਕਾਰਦੇ ਹਾਂ, ਖਾਸ ਕਰ ਜਦ ਅਸੀਂ ਉਸ ਨੂੰ ਆਪਣੀ ਬਿਮਾਰੀ ਵਿੱਚ ਅਤੇ ਆਪਣੇ ਦੁੱਖ ਵਿੱਚ ਅਤੇ ਆਪਣੀ ਪਰੇਸ਼ਾਨੀ ਵਿੱਚ ਉਸ ਨੂੰ ਪੁਕਾਰਦੇ ਹਾਂ। ਜ਼ਬੂਰ ਲਿਖਣ ਵਾਲਾ ਦੱਸਦਾ ਹੈ, ਮੈਂ ਪੁਕਾਰਿਆ ਅਤੇ ਉਸ ਨੇ ਮੈਨੂੰ ਸੁਣਿਆ। ਭਾਗ ਐੜਾ, ਪਰਮੇਸ਼ਰ ਨੇ ਸਹਾਇਤਾ ਕੀਤੀ। ਦੂਜੀ ਗੱਲ ਵੱਲ ਧਿਆਨ ਕਰੋ, ਮੈਂ ਪੁਕਾਰਿਆ ਅਤੇ ਉਸ ਨੇ ਮੈਨੂੰ ਸੁਣਿਆ। ਅਤੇ ਐਤ 7 ਦੱਸਦੀ ਹੈ, ਮੈਂ ਪੁਕਾਰਿਆ ਅਤੇ ਉਸ ਨੇ ਮੇਰੀ ਸਹਾਇਤਾ ਕੀਤੀ। ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾ ਨੇ ਤੇਰੇ ਉੱਤੇ ਪਰ ਉਪਕਾਰ ਜੋ ਕੀਤਾ ਹੈ। ਦੂਜੇ ਸ਼ਬਦਾਂ ਵਿੱਚ ਪਰਮੇਸ਼ਰ ਮੇਰੀ ਸੁਣਦਾ ਹੀ ਨਹੀਂ, ਪਰ ਉਹ ਮੇਰੀ ਸਹਾਇਤਾ ਵੀ ਕਰਦਾ ਹੈ। ਉਸ ਨੇ ਤਾਂ ਮੈਨੂੰ ਉਹ ਦਿੱਤਾ ਜਿਸ ਦੀ ਜ਼ਰੂਰਤ ਮੈਨੂੰ ਸੀ। ਮੈਂ ਤਾਂ ਇੰਨਾ ਮੰਗਿਆ ਵੀ ਨਹੀਂ ਸੀ। ਉਸ ਨੇ ਤਾਂ ਮੇਰੇ ਉੱਪਰ ਇੱਕ ਵੱਡਾ ਉਪਕਾਰ ਕੀਤਾ। ਭਾਗ ਈੜੀ, ਪਰਮੇਸ਼ਰ ਨੇ ਚੰਗਾ ਕੀਤਾ। ਅਤੇ ਹੁਣ ਐਤ 8 ਵੱਲ ਧਿਆਨ ਕਰੋ, ਮੈਂ ਪੁਕਾਰਿਆ ਅਤੇ ਉਸ ਨੇ ਮੈਨੂੰ ਚੰਗਿਆਈ ਦਿੱਤੀ। ਤਾਂ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ। ਐਤ 16 ਇਸ ਨੂੰ ਅੱਗੇ ਵਧਾ ਕੇ ਦੱਸਦੀ ਹੈ, ਤਾਂ ਤੈਂ ਮੇਰੇ ਬੰਧਨ ਖੋਲ੍ਹੇ ਹਨ। ਇੱਕ ਵਾਰ ਮੈਂ ਇੱਕ ਕਾਨਫਰੰਸ ਵਿੱਚ ਗਿਆ ਸੀ, ਜਿਸ ਦਾ ਸਪੀਕਰ ਐਂਥਨੀ ਕੰਪੋਲੋ ਸੀ, ਜੋ ਬੈਪਟਿਸਟ ਸੈਮੀਨਰੀ ਦਾ ਸ਼ਿਕਸ਼ਕ ਸੀ। ਉਹ ਉਹਨਾਂ ਸਮੱਸਿਆ ਦੇ ਬਾਰੇ ਗੱਲਬਾਤ ਕਰ ਰਿਹਾ ਸੀ ਜਿਨ੍ਹਾਂ ਦਾ ਸਾਹਮਣਾ ਅਸੀਂ ਚੰਗਿਆਈ ਪਾਉਣ ਲਈ ਕਰਦੇ ਹਾਂ, ਅਤੇ ਮੈਂ ਆਪਣੇ ਮਨ ਵਿੱਚ ਉਸ ਨਾਲ ਸਹਿਮਤ ਸੀ ਜਦ ਉਹ ਆਖ ਰਿਹਾ ਸੀ ਕਿ ਅਕਸਰ ਲੋਕਾਂ ਨੂੰ ਚੋਟ ਲੱਗਦੀ ਹੈ ਜਦ ਕੋਈ ਆਖਦਾ ਹੈ ਕਿ ਪਰਮੇਸ਼ਰ ਦੀ ਇੱਛਾ ਹੈ ਕਿ ਹਰੇਕ ਚੰਗਾਈ ਪਾਏ। ਅਤੇ ਉਹ ਵਿਅਕਤੀ ਜੋ ਨਵੇਂ ਨੇਮ ਨੂੰ ਪੜ੍ਹਦਾ ਹੈ, ਉਹ ਇਸ ਨੂੰ ਚੰਗੀ ਤਰ੍ਹਾਂ ਜਾਣ ਸਕਦਾ ਹੈ। ਕਈ ਵਾਰ ਸਾਡੇ ਪ੍ਰਭੂ ਨੇ ਕਈ ਜਗ੍ਹਾ ਲੋਕਾਂ ਨੂੰ ਚੰਗਿਆਈ ਦਿੱਤੀ ਜੋ ਦੁਖੀ ਸਨ, ਮੌਤ ਦੇ ਮੂੰਹ ਵਿੱਚ ਸਨ, ਅਤੇ ਉਹਨਾਂ ਵਿੱਚੋਂ ਇੱਕ ਨੂੰ ਚੁਣਿਆ ਅਤੇ ਚੰਗਿਆਈ ਦਿੱਤੀ, ਜਦਕਿ ਬਾਕੀਆਂ ਨੂੰ ਉਹਨਾਂ ਦੇ ਹਾਲ ਤੇ ਹੀ ਛੱਡ ਦਿੱਤਾ। ਕਿਉਂ? ਐਂਥਨੀ ਕੰਪੋਲੋ ਦੱਸਦਾ ਹੈ ਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਇਹ ਪਰਮੇਸ਼ਰ ਦੀ ਇੱਛਾ ਹੈ ਕਿ ਹਰੇਕ ਛੁਟਕਾਰਾ ਪਾਏ। ਸੱਚ ਤਾਂ ਇਹ ਹੈ ਕਿ ਹਰੇਕ ਛੁਟਕਾਰਾ ਪਾਉਣ ਜਾ ਰਿਹਾ ਹੈ। ਕੁਝ ਹੀ ਇੱਥੇ ਚੰਗਾਈ ਪਾਉਣਗੇ ਅਤੇ ਕੁਝ ਉੱਥੇ ਚੰਗਾਈ ਪਾਉਣਗੇ। ਇੱਕ ਦਿਨ ਆ ਰਿਹਾ ਹੈ ਮੇਰੇ ਦੋਸਤੋ, ਜਦ ਪ੍ਰਭੂ ਆ ਰਿਹਾ ਹੈ ਜਾਂ ਅਸੀਂ ਉਸ ਦੇ ਨਾਲ ਜਾ ਰਹੇ ਹਾਂ, ਅਤੇ ਸ਼ਾਸਤਰ ਦੱਸਦਾ ਹੈ ਅਸੀਂ ਉਸ ਨੂੰ ਵੇਖਾਂਗੇ, ਅਤੇ ਜਦ ਅਸੀਂ ਉਸ ਨੂੰ ਵੇਖਾਂਗੇ ਅਸੀਂ ਉਸ ਦੇ ਵਰਗੇ ਹੋ ਜਾਵਾਂਗੇ, ਕਿਉਂ ਜੋ ਅਸੀਂ ਉਸ ਨੂੰ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਪਹਿਲਾ ਯਹੂਨਾ 3:2। ਅਤੇ ਸਾਡੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਪਿਘਲ ਕੇ ਚਲੀਆਂ ਜਾਣਗੀਆਂ ਅਤੇ ਅਸੀਂ ਉਸ ਵਰਗੇ ਹੋ ਜਾਵਾਂਗੇ। ਜੇ ਅਸੀਂ ਇੱਥੇ ਚੰਗਿਆਈ ਨਹੀਂ ਪਾਈ, ਅਸੀਂ ਉੱਥੇ ਚੰਗਿਆਈ ਪਾਵਾਂਗੇ। ਅਤੇ ਇਸ ਵਿਸ਼ਵਾਸ ਨਾਲ ਹੀ ਦਾਊਦ ਪ੍ਰਭੂ ਦੀ ਮਹਿਮਾ ਕਰਦਾ ਹੈ। ਕੀ ਇਹ ਇੱਕ ਕਾਰਨ ਨਹੀਂ ਹੈ ਜਿਸ ਦੇ ਬਾਰੇ ਐਤ 15 ਸਾਨੂੰ ਦੱਸਦੀ ਹੈ? ਯਹੋਵਾ ਦੀ ਨਿਗਾਹ ਵਿੱਚ ਉਹਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ। ਇਹ ਸਰੀਰ ਅਤੇ ਪ੍ਰਾਣ ਲਈ ਹੈ। ਨੰਬਰ 3, ਰੋਗ ਦੀ ਮੰਗ। ਦਾਊਦ ਨੇ ਸਾਨੂੰ ਦੱਸਿਆ ਕਿ ਰੋਗ ਦੇ ਕੀ ਲੱਛਣ ਹਨ, ਅਤੇ ਜਦ ਉਸ ਨੇ ਰੋਗ ਵਿੱਚ ਪ੍ਰਭੂ ਨੂੰ ਪੁਕਾਰਿਆ ਤਾਂ ਉਸ ਨੇ ਉਸ ਦੀ ਪੁਕਾਰ ਨੂੰ ਸੁਣਿਆ ਅਤੇ ਸਹਾਇਤਾ ਕੀਤੀ, ਅਤੇ ਉਸ ਨੇ ਉਸ ਦੀ ਪੁਕਾਰ ਨੂੰ ਸੁਣ ਕੇ ਚੰਗਿਆਈ ਦਿੱਤੀ। ਅਤੇ ਹੁਣ ਜ਼ਬੂਰ ਦੇ ਅੰਤ ਵਿੱਚ ਉਹ ਸਾਨੂੰ ਇਸ ਤਰ੍ਹਾਂ ਦੱਸਦਾ ਹੈ। ਦਾਊਦ ਸਾਨੂੰ ਇੱਕ ਬੜਾ ਅੱਛਾ ਪ੍ਰਸ਼ਨ ਪੁੱਛਦਾ ਹੈ। ਉਹ ਐਤ 12 ਵਿੱਚ ਇਹ
ਪ੍ਰਸ਼ਨ ਕਰਦਾ ਹੈ, ਯਹੋਵਾ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹਨੂੰ ਕੀ ਮੋੜ ਕੇ ਦਿਆਂ? ਇਹ ਇੱਕ ਅੱਛਾ ਪ੍ਰਸ਼ਨ ਹੈ ਜਿਸ ਨੂੰ ਅਸੀਂ ਅਕਸਰ ਆਪਣੇ ਆਪ ਕੋਲੋਂ ਨਹੀਂ ਪੁੱਛਦੇ। ਕਈ ਵਾਰ ਅਸੀਂ ਇੰਨੇ ਵਿਅਸਤ ਹੋ ਜਾਂਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਦਾ ਯਤਨ ਕਰ ਰਿਹਾ ਹੁੰਦਾ ਹੈ। ਪਰ ਦਾਊਦ ਇੱਥੇ ਸਹੀ ਪ੍ਰਸ਼ਨ ਪੁੱਛਦਾ ਹੈ, ਉਸ ਦੇ ਸਾਰੇ ਉਪਕਾਰਾਂ ਲਈ ਮੈਂ ਉਹਨੂੰ ਕੀ ਮੋੜ ਕੇ ਦਿਆਂ? ਕੀ ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ਰ ਨੂੰ ਤੁਹਾਡੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ? ਜ਼ਬੂਰ 50 ਦਾ 12 ਵਚਨ, ਮੈਂ ਜੇ ਭੁੱਖਾ ਹੁੰਦਾ ਤਾਂ ਤੁਹਾਨੂੰ ਨਾ ਆਖਦਾ, ਕਿਉਂ ਜੋ ਜਗਤ ਅਤੇ ਉਹਦੀ ਭਰਪੂਰੀ ਮੇਰੀ ਹੈ। ਤੁਸੀਂ ਪਰਮੇਸ਼ਰ ਨੂੰ ਕੀ ਦੇ ਸਕਦੇ ਹੋ? ਦਾਊਦ ਇਸ ਜ਼ਬੂਰ ਵਿੱਚ 4 ਚੀਜ਼ਾਂ ਦੇ ਬਾਰੇ ਦੱਸਦਾ ਹੈ, ਮੈਂ ਦੇਵਾਂਗਾ। ਆਓ ਅਸੀਂ ਧਿਆਨ ਨਾਲ ਉਹਨਾਂ ਨੂੰ ਵੇਖੀਏ। ਭਾਗ ਊੜਾ, ਮੈਂ ਉਸ ਦੇ ਪ੍ਰਤੀ ਆਪਣੇ ਵਾਅਦੇ ਨੂੰ ਯਾਦ ਰੱਖਾਂਗਾ। ਸਭ ਤੋਂ ਪਹਿਲਾਂ ਮੈਂ ਉਸ ਦੇ ਪ੍ਰਤੀ ਆਪਣੇ ਵਾਅਦੇ ਨੂੰ ਯਾਦ ਰੱਖਾਂਗਾ। ਐਤ 14 ਅਤੇ 18, ਮੈਂ ਯਹੋਵਾ ਲਈ ਆਪਣੀਆਂ ਸੁੱਖਣਾ ਲਾਵਾਂਗਾ, ਹਾਂ, ਉਸ ਦੀ ਸਾਰੀ ਪ੍ਰਜਾ ਦੇ ਸਾਹਮਣੇ। ਦਾਊਦ ਆਖਦਾ ਹੈ, ਮੈਂ ਪਰਮੇਸ਼ਰ ਨੂੰ ਕੀ ਦੇਵਾਂਗਾ? ਮੈਂ ਪਰਮੇਸ਼ਰ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਾਂਗਾ, ਆਪਣੀਆਂ ਸੁੱਖਣਾ ਪ੍ਰਜਾ ਸਾਹਮਣੇ ਪੂਰੀਆਂ ਕਰਾਂਗਾ। ਦੁੱਖ ਅਤੇ ਮੁਸੀਬਤ ਵਿੱਚ ਅਕਸਰ ਲੋਕ ਪਰਮੇਸ਼ਰ ਨਾਲ ਕਈ ਵਾਅਦੇ ਕਰਦੇ ਹਨ ਕਿ ਜੇ ਉਹ ਉਹਨਾਂ ਨੂੰ ਇਸ ਮੁਸੀਬਤ ਵਿੱਚੋਂ ਕੱਢ ਦਵੇ ਤਾਂ ਉਹ ਇਸ ਤਰ੍ਹਾਂ ਕਰਨਗੇ, ਪਰ ਛੁਟਕਾਰਾ ਪਾ ਕੇ ਉਹ ਆਪਣੇ ਵਾਅਦੇ ਨੂੰ ਭੁੱਲ ਜਾਂਦੇ ਹਨ। ਪਰ ਦਾਊਦ ਆਖਦਾ ਹੈ, ਮੈਂ ਯਹੋਵਾ ਲਈ ਆਪਣੀਆਂ ਸੁੱਖਣਾ ਲਾਵਾਂਗਾ, ਹਾਂ, ਉਹਦੀ ਸਾਰੀ ਪ੍ਰਜਾ ਦੇ ਸਾਹਮਣੇ। ਮੈਂ ਪਰਮੇਸ਼ਰ ਦੇ ਪ੍ਰਤੀ ਆਪਣੇ ਵਾਅਦੇ ਨੂੰ ਯਾਦ ਰੱਖਾਂਗਾ। ਭਾਗ ਐੜਾ, ਮੈਂ ਪਰਮੇਸ਼ਰ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪੇਸ਼ ਕਰਾਂਗਾ। ਨੰਬਰ 2, ਮੈਂ ਉਸ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪੇਸ਼ ਕਰਾਂਗਾ। ਐਤ 1, ਮੈਂ ਯਹੋਵਾ ਨਾਲ ਪ੍ਰੇਮ ਰੱਖਦਾ ਹਾਂ। ਐਤ 2, ਮੈਂ ਜੀਵਨ ਭਰ ਉਹਨੂੰ ਪੁਕਾਰਾਂਗਾ। ਐਤ 9, ਮੈਂ ਯਹੋਵਾ ਦੇ ਅੱਗੇ ਅੱਗੇ ਜਿਉਂਦਿਆਂ ਦੇ ਦੇਸ਼ਾਂ ਵਿੱਚ ਤੁਰਾਂਗਾ। ਐਤ 16, ਹੇ ਯਹੋਵਾ, ਮੈਂ ਸੱਚਮੁੱਚ ਤੇਰਾ ਦਾਸ ਹਾਂ। ਭਾਗ ਈੜੀ, ਮੈਂ ਉਸ ਦਾ ਧੰਨਵਾਦ ਕਰਾਂਗਾ। ਹੁਣ ਤੀਸਰੀ ਚੀਜ਼ ਐਤ 17, ਉਹ ਆਖਦਾ ਹੈ, ਮੈਂ ਉਸ ਦਾ ਧੰਨਵਾਦ ਕਰਾਂਗਾ, ਮੈਂ ਆਪਣੇ ਧੰਨਵਾਦ ਦਾ ਬਲੀਦਾਨ ਚੜਾਵਾਂਗਾ, ਮੈਂ ਪ੍ਰਭੂ ਦਾ ਨਾਮ ਪੁਕਾਰਾਂਗਾ। ਦੁੱਖ ਅਤੇ ਪਰੇਸ਼ਾਨੀ ਅਤੇ ਬਿਮਾਰੀ ਵਿੱਚ ਉਸ ਦਾ ਧੰਨਵਾਦ ਕਰਨਾ ਬੜਾ ਔਖਾ ਹੁੰਦਾ ਹੈ, ਪਰ ਦਾਊਦ ਆਖਦਾ ਹੈ, ਮੈਂ ਇਸ ਤਰ੍ਹਾਂ ਹੀ ਕਰਾਂਗਾ, ਮੈਂ ਉਸ ਦਾ ਧੰਨਵਾਦ ਕਰਾਂਗਾ। ਇੱਕ ਬਹਾਦਰ ਛੋਟੀ ਲੜਕੀ ਨੂੰ ਡਾਕਟਰ ਕੋਲ ਇੱਕ ਛੋਟੇ ਪਰ ਦੁਖਦਾਈ ਆਪਰੇਸ਼ਨ ਲਈ ਲਿਜਾਇਆ ਗਿਆ ਅਤੇ ਜਦ ਸਾਰੀ ਤਿਆਰੀ ਪੂਰੀ ਹੋ ਗਈ ਤਾਂ ਦਿਆਲੂ ਡਾਕਟਰ ਨੇ ਉਸ ਨੂੰ ਆਖਿਆ, ਤੈਨੂੰ ਦਰਦ ਹੋਵੇਗੀ, ਤੂੰ ਰੋ ਸਕਦੀ ਹੈ ਜਾਂ ਚੀਖ ਸਕਦੀ ਹੈ, ਮੈਂ ਇਸ ਗੱਲ ਦੀ ਤੈਨੂੰ ਛੂਟ ਦਿੰਦੀ ਹਾਂ। ਛੋਟੀ ਲੜਕੀ ਨੇ ਮੁਸਕਰਾਉਂਦੇ ਹੋਏ ਉਸ ਵੱਲ ਵੇਖਿਆ ਅਤੇ ਆਖਿਆ, ਜੇ ਤੂੰ ਬੁਰਾ ਨਾ ਮੰਨੇ, ਮੈਂ ਰੋਣ ਦੇ ਬਦਲੇ ਗਾਵਾਂਗੀ। ਛੋਟੀ ਲੜਕੀ ਨੇ ਇਸ ਤਰ੍ਹਾਂ ਹੀ ਕੀਤਾ। ਉਹ ਜਿੰਨੀ ਜ਼ੋਰ ਨਾਲ ਗਾ ਸਕਦੀ ਸੀ, ਉਸ ਨੇ ਆਪਣੀ ਪਿਆਰੀ ਮਿੱਠੀ ਆਵਾਜ਼ ਨਾਲ ਬਿਨਾਂ ਰੋਏ ਗੀਤ ਗਾਇਆ ਅਤੇ ਆਖਿਆ, ਮੈਂ ਉਸ ਦਾ ਧੰਨਵਾਦ ਕਰਾਂਗੀ। ਭਾਗ ਸੱਸਾ, ਮੈਂ ਉਸ ਦੇ ਮਹਾਨ ਉਧਾਰ ਨੂੰ ਪ੍ਰਾਪਤ ਕਰਾਂਗਾ। ਅਤੇ ਅੰਤ ਵਿੱਚ ਦਾਊਦ ਆਖਦਾ ਹੈ, ਮੈਂ ਉਸ ਦੇ ਮਹਾਨ ਉਧਾਰ ਨੂੰ ਪ੍ਰਾਪਤ ਕਰਾਂਗਾ। ਐਤ 13, ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ ਅਤੇ ਯਹੋਵਾ ਦੇ ਨਾਮ ਉੱਤੇ ਪੁਕਾਰਾਂਗਾ। ਕੀ ਇਹ ਬੁਰੀ ਚੀਜ਼ ਹੋਵੇਗੀ ਜੇ ਪਰਮੇਸ਼ਰ ਕਿਸੇ ਨੂੰ ਸਰੀਰਕ ਰੂਪ ਵਿੱਚ ਬਿਮਾਰ ਹੋਣ ਦਿੰਦਾ ਹੈ ਅਤੇ ਇਸ ਸੰਸਾਰ ਵਿੱਚ ਉਸ ਦਾ ਜੀਵਨ ਖਤਰੇ ਵਿੱਚ ਪਾ ਦਿੰਦਾ ਹੈ, ਤਾਂ ਕਿ ਉਹ ਆਪਣੇ ਸਰੀਰਕ ਖੇਤਰ ਦੇ ਦੁਆਰਾ ਆਤਮਿਕ ਜੀਵਨ ਨੂੰ ਪ੍ਰਾਪਤ ਕਰ ਸਕੇ? ਤੁਸੀਂ ਆਖ ਸਕਦੇ ਹੋ, ਮੈਂ ਇਹ ਨਹੀਂ ਸੋਚ ਸਕਦਾ ਕਿ ਇਹ ਬਹੁਤ ਅੱਛੀ ਚੀਜ਼ ਹੈ ਜਾਂ ਕੋਈ ਠੀਕ ਨਿਉਂ ਹੈ। ਇਸ ਸੰਸਾਰ ਵਿੱਚ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਗ ਦੇ ਇਕੱਲੇਪਨ ਬਾਰੇ ਗੌਰ ਕਰ ਰਹੇ ਸੀ। ਤੁਹਾਡੇ ਵਿੱਚੋਂ ਬਹੁਤਿਆਂ ਨੇ ਇਸ ਦਾ ਅਹਿਸਾਸ ਕੀਤਾ ਹੋਵੇਗਾ, ਪਰ ਜਿਹੜਾ ਰੋਗ ਹਸਪਤਾਲ ਦੇ ਵਿੱਚ ਦਾਖਲ ਹੋਇਆ ਮਨੁੱਖ ਮਹਿਸੂਸ ਕਰਦਾ ਹੈ, ਉਸ ਦੇ ਰੋਗ ਦੇ ਇਕੱਲੇਪਨ ਦੇ ਬਾਰੇ ਉਸ ਵਿਅਕਤੀ ਤੋਂ ਜ਼ਿਆਦਾ ਹੋਰ ਕੋਈ ਨਹੀਂ ਮਹਿਸੂਸ ਕਰ ਸਕਦਾ।
ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਗ ਦੇ ਲੱਛਣਾਂ ਬਾਰੇ ਜਾਣਿਆ। ਜ਼ਬੂਰ 116 ਦੇ ਵਚਨਾਂ ਨੂੰ ਪੜ੍ਹਨ ਤੇ ਸਾਨੂੰ ਪਤਾ ਚੱਲਦਾ ਹੈ ਕਿ ਦਾਊਦ ਰੋਗ ਦੇ ਲੱਛਣਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਸੀ। ਅਸੀਂ ਰੋਗ ਦੇ ਲੱਛਣਾਂ ਦੇ ਵਿੱਚ ਬੇਆਰਾਮੀ, ਨਿਰਾਸ਼ਾ, ਉਦਾਸੀ ਅਤੇ ਨਿਰਭਰਤਾ ਦੇ ਬਾਰੇ ਜਾਣਿਆ। ਜਦ ਤੁਸੀਂ ਹਸਪਤਾਲ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਮਾਨ ਸਨਮਾਨ ਨੂੰ ਆਪਣੇ ਘਰ ਤੇ ਹੀ ਛੱਡ ਕੇ ਜਾਣਾ ਹੁੰਦਾ ਹੈ। ਤੁਹਾਨੂੰ ਹਸਪਤਾਲ ਦੇ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਹੈ, ਜੋ ਕਿ ਕੋਈ ਵੀ ਪਸੰਦ ਨਹੀਂ ਕਰਦਾ। ਅਸੀਂ ਰੋਗ ਦੇ ਵਿੱਚ ਆਸ਼ਾ ਦੇ ਤਿਆਗਣ ਬਾਰੇ ਜਾਣਿਆ। ਬਿਮਾਰੀ ਦੇ ਆਉਣ ਦੇ ਕਈ ਕਾਰਨ ਹਨ, ਉਹਨਾਂ ਵਿੱਚੋਂ ਇੱਕ ਕਾਰਨ ਸਾਡੇ ਜੀਵਨ ਦੇ ਵਿੱਚ ਪਾਪ ਹੁੰਦਾ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅਖੀਰ ਤੱਕ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਅੱਜ ਦੇ ਵਚਨ ਵਾਸਤੇ ਕਿ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਰੋਗ ਦੇ ਲੱਛਣਾਂ ਬਾਰੇ ਦੱਸਿਆ। ਤੁਸੀਂ ਦੱਸਿਆ ਕਿ ਬਿਮਾਰੀ ਜੋ ਹੈ ਇਕੱਲੇਪਨ ਦੇ ਕਾਰਨ ਜਦੋਂ ਆਉਂਦੀ ਹੈ ਤਾਂ ਉਸ ਦਾ ਨਿਦਾਨ ਕਿਸ ਤਰ੍ਹਾਂ ਹੋ ਸਕਦਾ ਹੈ। ਪਿਤਾ ਪਰਮੇਸ਼ਰ, ਤੁਸੀਂ ਉਹਨਾਂ ਲੱਛਣਾਂ ਵਿੱਚੋਂ ਸਾਨੂੰ ਦੱਸਿਆ ਕਿ ਪ੍ਰਭੂ ਇਹਨਾਂ ਲੱਛਣਾਂ ਤੋਂ ਅਸੀਂ ਕਿਸ ਤਰ੍ਹਾਂ ਆਜ਼ਾਦ ਹੋ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਪ੍ਰਭੂ ਜੀ ਨਿਰਾਸ਼ਾ ਤੋਂ ਬਾਹਰ ਆ ਸਕਦੇ ਹਾਂ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਸਾਡੇ ਇਸ ਵਚਨ ਵਾਸਤੇ ਜਿਸ ਦੇ ਦੁਆਰਾ ਤੁਸੀਂ ਪਿਤਾ ਪਰਮੇਸ਼ਰ ਸਾਡੇ ਉੱਤੇ ਕਿਰਪਾ ਕੀਤੀ ਹੈ। ਤੁਸੀਂ ਸਾਨੂੰ ਇਹ ਵਚਨ ਦੇ ਕੇ ਸਾਡੇ ਉੱਤੇ ਪ੍ਰਭੂ ਜੀ ਬਹੁਤ ਵੱਡੀ ਆਸ਼ੀਸ਼ ਸਾਨੂੰ ਦਿੱਤੀ ਹੈ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਵਚਨ ਦੇ ਅਨੁਸਾਰ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਅੱਗੇ ਪੁਕਾਰ ਕਰਦੇ ਹਾਂ, ਤੁਹਾਨੂੰ ਪ੍ਰਭੂ ਜੀ ਪੁਕਾਰਦੇ ਹਾਂ ਕਿ ਸਾਡੇ ਵਿੱਚੋਂ ਕੋਈ ਵੀ ਬਿਮਾਰ ਹੈ ਜਾਂ ਕੋਈ ਵੀ ਇਕੱਲੇਪਨ ਦਾ ਸ਼ਿਕਾਰ ਹੈ ਜਾਂ ਫਿਰ ਕਿਸੇ ਵੀ ਤਰੀਕਾ ਨਾਲ ਪਿਤਾ ਪਰਮੇਸ਼ਰ ਕਿਸੇ ਮੁਸੀਬਤ ਦਾ ਸਾਹਮਣਾ ਕਰ ਰਿਹਾ, ਅੱਜ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਲਓ। ਪਿਤਾ, ਸਾਡੇ ਜਿੰਨੇ ਵੀ ਦਰਸ਼ਕ ਇਸ ਪ੍ਰਾਰਥਨਾ ਨੂੰ ਪ੍ਰਭੂ ਜੀ ਤੁਹਾਡੇ ਅੱਗੇ ਮੰਗ ਰਹੇ ਹਨ, ਪ੍ਰਭੂ ਜੀ ਉਹਨਾਂ ਦੀ ਪ੍ਰਾਰਥਨਾ ਨੂੰ ਵੀ ਸੁਣੋ ਪਿਤਾ, ਤੇ ਸਾਰਿਆਂ ਦਾ ਜਵਾਬ ਦਿਓ ਪ੍ਰਭੂ ਜੀ। ਸਾਰਿਆਂ ਨੂੰ ਚੰਗਾ ਕਰੋ, ਸਾਰਿਆਂ ਨੂੰ ਨਿਰਾਸ਼ਾ ਤੋਂ ਬਾਹਰ ਕੱਢੋ, ਸਾਰਿਆਂ ਦੇ ਇਕੱਲੇਪਨ ਨੂੰ ਦੂਰ ਕਰੋ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।